ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੀਸਰੀ ਜੋਤ ਹਨ। ਗੁਰੂ ਨਾਨਕ ਜੋਤੀ ਦਾ ਤੀਸਰਾ ਠਿਕਾਣਾ ਤੀਜਾ ਮਹਿਲ ਹਨ। ਮਹੱਲਾ ਤੀਜਾ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰਕੇ ਗਾਲਬਨ 24 ਸੁਦੀ ਵਿਸਾਖ ਨੂੰ ਆਪ ਜੀ ਦਾ ਜਨਮ ਤੇਜਭਾਨ ਜੀ ਦੇ ਘਰ ਮਾਤਾ ਲਖਮੀ ਜੀ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਆਪ ਦੀਆਂ ਬਿਰਤੀਆਂ ਧਾਰਮਿਕ ਸਨ ਤੇ ਧਰਮ ਦੀ ਤਲਾਸ਼, ਸੱਚ ਦੀ ਤਲਾਸ਼ ਆਪ ਦੇ ਪ੍ਰਾਣਾਂ ਦਾ ਆਧਾਰ ਸੀ। ਹਰ ਪਾਸੇ ਦ੍ਰਿਸ਼ਟੀ ਸੱਚ ਨੂੰ ਟੋਲਣ ਦੀ ਹੀ ਸੀ ਔਰ ਇਸੇ ਸੱਚ ਦੀ ਟੋਲ ਨੇ ਆਪ ਨੂੰ ਗਾਲਬਨ 22 ਦਫਾ ਹਰਿਦੁਆਰ ਦੀ ਯਾਤਰਾ ਕਰਾਈ। ਬਾਰ-ਬਾਰ ਆਪ ਤੀਰਥ ਯਾਤਰੀਆਂ ਦੇ ਨਾਲ ਤੀਰਥਾਂ ਦਾ ਰਟਨ ਕਰਦੇ ਰਹੇ, ਗੰਗਾ ਇਸ਼ਨਾਨ ਕਰਕੇ ਵਾਪਸ ਆਉਂਦੇ ਰਹੇ। ਲੇਕਿਨ ਮਨ ਦੇ ਵਿੱਚ ਜੋ ਇੱਕ ਤਲਬ ਸੀ, ਪ੍ਰਾਣਾਂ ਦੇ ਵਿੱਚ ਜੋ ਇੱਕ ਖਿੱਚ ਸੀ, ਆਤਮਾ ਦੇ ਵਿੱਚ ਜੋ ਇੱਕ ਲਗਨ ਸੀ, ਉਸ ਦੀ ਪੂਰਤੀ ਨਹੀਂ ਹੋ ਰਹੀ ਸੀ। ਇੱਕ ਦਿਨ ਹਰਿਦੁਆਰ ਤੋਂ ਵਾਪਸ ਆਉਂਦੇ ਹਾਂ, ਆਪ ਦੇ ਕਦਮਾਂ ਦੀਆਂ ਰੇਖਾਂ ਨੂੰ, ਚਰਨਾਂ ਦੀ ਰੇਖਾ ਨੂੰ ਇੱਕ ਬ੍ਰਾਹਮਣ ਨੇ ਵੇਖਿਆ ਤੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ ਤੇ ਪਦਮ ਕਿਸੇ ਪਰਮ ਪੁਰਖ ਦੇ ਚਰਨਾਂ ਵਿੱਚ ਹੁੰਦਾ ਹੈ। ਪਦਮ ਕਿਸੇ ਅਵਤਾਰੀ ਪੁਰਸ਼ ਦੇ ਚਰਨਾਂ ਵਿੱਚ ਹੁੰਦਾ ਹੈ। ਆਪ ਤੇ ਕੋਈ ਅਵਤਾਰੀ ਪੁਰਸ਼ ਮਾਲੂਮ ਹੁੰਦੇ ਹੋ। ਸਤਿਗੁਰੂ ਕਹਿਣ ਲੱਗੇ, ਨਹੀਂ, ਮੈਂ ਇੱਕ ਯਾਤਰੀ ਹਾਂ, ਤੀਰਥ ਯਾਤਰੀ, ਸੱਚ ਦਾ ਢੂੰਡਾਓ, ਸੱਚ ਦੀ ਤਲਾਸ਼ ਕਰਨ ਵਾਲਾ। ਦਿਨ ਬੀਤਦੇ ਗਏ, ਮਹੀਨੇ ਬੀਤਦੇ ਗਏ, ਸਾਲ ਲੰਘਦੇ ਗਏ, ਸੱਚ ਦੀ ਤਲਬ ਵੀ ਵੱਧਦੀ ਗਈ, ਸੱਚ ਦੀ ਖਿੱਚ ਵੀ ਵੱਧਦੀ ਗਈ, ਸੱਚ ਦੀ ਤਲਾਸ਼ ਵੀ ਅੰਦਰੋਂ ਇੱਕ ਮਹਾਨ ਉਮੰਗ ਦੇ ਰਾਹੀਂ ਪ੍ਰਗਟ ਹੁੰਦੀ ਗਈ। ਆਖਿਰ ਇੱਕ ਦਿਨ ਆਪ ਜੀ ਦੇ ਭਤੀਜੇ ਦੀ ਪਤਨੀ, ਆਪ ਜੀ ਦੀ ਨੂੰਹ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਦੇ ਮੁਖਾਰਬਿੰਦ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਕਲਾਮ ਸੁਣਿਆ। ਕਲਾਮ ਸੀ ਇਹ, ਮੋਤੀ ਤਾ ਮੰਦਰ ਊਸਰੇ, ਰਤਨੀ ਤਾ ਹੋਏ ਜੜਾ, ਕੁਸਕੂ ਕੁੰਗੂ ਅਗਰ ਚੰਦਨ, ਲੀਪ ਆਵੇ ਜਾ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾਉ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾਉ। ਇਸ ਸ਼ਬਦ ਦਾ ਜਾਪ ਇਤਨੇ ਇਕਾਗਰ ਚਿੱਤ ਨਾਲ ਹੋ ਰਿਹਾ ਸੀ, ਗੁਰੂ ਅਮਰਦਾਸ ਜੀ ਮਹਾਰਾਜ ਸੁਣ ਕੇ ਮਸਤ ਹੋਏ। ਇੱਕਦਮ ਆਪਣੀ ਨੂੰਹ ਰਾਣੀ ਕੋਲ ਗਏ ਤੇ ਆਖਿਆ, ਬੇਟਾ ਪੁੱਤਰੀ, ਇਹ ਕਿਸ ਦਾ ਕਲਾਮ ਪੜ ਰਹੀ ਹੈ, ਇਹ ਕਿਸ ਦੀ ਬਾਣੀ ਪੜ ਰਹੀ ਹੈ? ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ। ਇਹ ਉਹਨਾਂ ਦੇ ਅੰਮ੍ਰਿਤਮਈ ਬਚਨ ਨੇ ਜਿਨ੍ਹਾਂ ਦੀ ਗੱਦੀ ਦੇ ਵਾਰਿਸ ਅੱਜ ਕੱਲ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਬਸ ਸ਼ਬਦ ਬਾਣ ਦੀ ਤਰ੍ਹਾਂ ਚੋਟ ਕਰ ਗਿਆ। ਇਸ ਸ਼ਬਦ ਦੀ ਚੋਟ ਨੇ ਆਪ ਨੂੰ ਗੁਰੂ ਦੀ ਤਲਾਸ਼ ਤੇ ਮਜਬੂਰ ਕਰ ਦਿੱਤਾ। ਆਪ ਪਹੁੰਚੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨ ਹਜ਼ੂਰੀ ਦੇ ਵਿੱਚ। ਸੰਬੰਧ ਤੇ ਆਪ ਕੁੜਮ ਨੇ, ਲੇਕਿਨ ਕੁੜਮਾਚਾਰੀ ਨੂੰ ਇੱਕ ਪਾਸੇ ਰੱਖ ਕੇ ਸਿੱਖੀ ਤੇ ਗੁਰੂ ਦੇ ਰਿਸ਼ਤੇ ਨੂੰ ਤਰਜੀਹ ਦਿੱਤੀ। ਆਪ ਭਾਵੇਂ ਉਮਰ ਦੇ ਚ ਵੱਡੇ ਸਨ, ਪਰ ਆਪਣਾ ਮਸਤਕ ਆਪਣੇ ਤਥਾ ਕਥਤ ਕੁੜਮ, ਲੇਕਿਨ ਦੋ ਜਹਾਨ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ ਤੇ ਰੱਖ ਦਿੱਤਾ। ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਕਸੌਟੀਆਂ ਰੱਖਦੇ ਗਏ, ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ
ਭਾਈ ਲਹਿਣੇ ਦੇ ਸਾਹਮਣੇ ਰੱਖੀਆਂ ਸਨ ਤੇ ਲਹਿਣਾ ਗੁਰੂ ਅੰਗਦ ਬਣਿਆ ਸੀ। ਦਰਅਸਲ ਕਸਵਟੀ ਇਸ ਗੱਲ ਦੀ ਹੈ ਕਿ ਜਿੱਥੇ ਸ਼ਬਦ ਗੁਰੂ ਨੇ ਟਿਕਣਾ ਹੈ, ਕਮ ਸੇ ਕਮ ਹਿਰਦਾ ਤੇ ਉਸ ਢੰਗ ਦਾ ਚਾਹੀਦਾ ਹੈ। ਔਰ ਹਕੀਕਤ ਹੈ, ਸ਼ਬਦ ਟਿਕਿਆ, ਲਹਿਣਾ ਗੁਰੂ ਅੰਗਦ ਬਣਿਆ। ਗੱਲ ਸਾਰੀ ਸ਼ਬਦ ਦੀ, ਗੱਲ ਸਾਰੀ ਜੋਤ ਦੀ, ਗੱਲ ਸਾਰੀ ਫਿਲਸਫੇ ਦੀ ਔਰ ਵਿਚਾਰ ਦੀ। ਦਿਨ ਰਾਤ ਆਪ ਸੇਵਾ ਵਿੱਚ ਲੀਨ, ਸੇਵਾ ਸਿਮਰਨ ਦੀ ਮੂਰਤੀ। ਅੰਮ੍ਰਿਤ ਵੇਲੇ ਉੱਠਣਾ, ਬਿਆਸਾ ਤੋਂ ਗਾਗਰ ਪਾਣੀ ਦੀ ਭਰ ਕੇ ਲਿਆਣੀ, ਆਪਣੇ ਪ੍ਰਾਣਾਂ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਣਾ। ਦਿਨ ਭਰ ਸਾਧ ਸੰਗਤ ਦੀ ਲੰਗਰ ਪਾਣੀ ਨਾਲ ਸੇਵਾ ਕਰਨੀ, ਲੱਕੜੀਆਂ ਫਾੜਨੀਆਂ, ਤੱਪੜ ਝਾੜਨੇ, ਪਾਣੀ ਢੋਣਾ, ਇਹ ਆਪ ਦੀ ਸੁਭਾਅ ਵਿੱਚ ਰਚ ਗਿਆ। ਸੇਵਾ ਦੀ ਆਪ ਮੂਰਤੀ ਹੋ ਗਏ, ਸਿਮਰਨ ਦੇ ਆਪ ਪੁੰਜ ਹੋ ਗਏ। ਸਮਾਂ ਇਸ ਢੰਗ ਨਾਲ ਬਤੀਤ ਹੁੰਦਾ ਗਿਆ। ਇੱਕ ਦਿਨ ਆਪ ਅੱਧੀ ਰਾਤ ਨੂੰ ਉੱਠ ਕੇ ਜਦ ਜਾ ਰਹੇ ਨੇ ਬਿਆਸਾ, ਤੇ ਵਾਪਸੀ ਤੇ ਜਦ ਪਾਣੀ ਦੀ ਗਾਗਰ ਭਰ ਕੇ ਲਿਆ ਤਾਂ ਜੁਲਾਹੇ ਦੇ ਬਣੇ ਹੋਏ ਖੱਡ ਦੇ ਵਿੱਚ, ਜਿਹਦੇ ਚ ਉਸਨੇ ਖੱਡੀ ਲਾਈ ਸੀ, ਕਪੜਾ ਬੁਣਦਾ ਸੀ, ਗਿਰ ਗਏ। ਜੁਲਾਹਾ ਚੌਂਕਿਆ, ਪਤਾ ਨਹੀਂ ਇਸ ਅੱਧੀ ਰਾਤ ਨੂੰ ਕੌਣ ਹੋਵੇਗਾ। ਜੁਲਾਹੀ ਕਹਿਣ ਲੱਗੀ, ਫਿਕਰ ਨਾ ਕਰੋ, ਉਹ ਇਸ ਸਮੇਂ ਤੇ ਅੱਧੀ ਰਾਤ ਨੂੰ ਭਟਕਣ ਵਾਲਾ ਉਹ ਅਮਰੂ ਨਿਥਾਵਾਂ ਹੀ ਹੋਵੇਗਾ। ਬੋਲ ਅਮਰੂ ਨਿਥਾਂ, ਕਰਦੇ ਰਹੇ ਸੇਵਾ, ਕਰਦੇ ਰਹੇ ਸਿਮਰਨ। ਤੇ ਅੱਜ ਗੁਰੂ ਨਾਨਕ ਦੀ ਜੋਤ ਨੇ ਹਿਰਦੇ ਵਿੱਚ ਆ ਕੇ ਵਾਸਾ ਕੀਤਾ। ਉਹ ਅਮਰੂ ਨਿਥਾਵਾਂ ਗੁਰੂ ਅਮਰਦਾਸ ਜੀ ਮਹਾਰਾਜ ਬਣੇ। ਨਿਥਾਵਿਆਂ ਦੀ ਥਾਂ, ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ। ਸਾਰੇ ਵਰ ਤੇ ਸਰਬ ਸ਼ਕਤੀਆਂ ਦੇ ਨਾਲ ਆਪ ਸੰਪੰਨ ਹੋਏ। ਆਪ ਗੱਦੀ ਤੇ ਬਿਰਾਜਮਾਨ ਹੁੰਦਿਆਂ ਹੀ ਧਾਰਮਿਕ ਦੁਨੀਆ ਵਿੱਚ ਤੇ ਸਮਾਜਿਕ ਦੁਨੀਆ ਵਿੱਚ ਕ੍ਰਾਂਤੀ ਲਾਉਣ ਦਾ ਬਾਇਸ ਬਣੇ। ਹਿੰਦੁਸਤਾਨ ਵਰਨ ਵੰਡ ਦੀ ਵੰਡ ਵਿੱਚ ਗਰਕ ਹੋਇਆ ਪਿਆ ਸੀ। ਜ਼ਾਤ ਪਾਤ ਦੇ ਬੰਧਨਾਂ ਵਿੱਚ ਜਕੜਿਆ ਹੋਇਆ ਸੀ। ਛੂਆ ਛਾਤ ਦੀ ਮਾਰ ਹੇਠ ਆਇਆ ਹੋਇਆ ਸੀ। ਤੇ ਇਸਤਰੀ ਜਾਤੀ ਦਾ ਜ਼ੁਲਮ ਤੇ ਕਥਨ ਤੋਂ ਵੀ ਪਰੇ ਹੈ। ਜੋ ਇਸਤਰੀ ਜਾਤੀ ਤੇ ਹੋ ਰਿਹਾ ਸੀ ਤਸ਼ੱਦਦ, ਜੋ ਹੋ ਰਿਹਾ ਸੀ ਜ਼ੁਲਮ, ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ तमाम ਚਲੀਆਂ ਆ ਰਹੀਆਂ ਬੋਸੀਦਾ ਰਸਮੋ ਰਿਵਾਜ ਦੀਆਂ ਧੱਜੀਆਂ ਉਡਾ ਦਿੱਤੀਆਂ। ਆਪ ਨੇ ਸਭ ਤੋਂ ਪ੍ਰਥਮ ਵਰਨ ਵੰਡ ਖਤਮ ਕਰ ਦਿੱਤੀ। ਔਰ ਵਰਨ ਵੰਡ ਨੂੰ ਖਤਮ ਕਰਨ ਦਾ ਬੜਾ ਸੋਹਣਾ ਵਸੀਲਾ ਆਪ ਨੇ ਬਣਾਇਆ ਕਿ ਹਰ ਇੱਕ ਨੂੰ ਪਹਿਲੇ ਪੰਗਤ ਵਿੱਚ ਬੈਠਣਾ ਪਏਗਾ, ਲੰਗਰ ਛਕਣਾ ਪਏਗਾ, ਬਾਅਦ ਵਿੱਚ ਉਸ ਨੂੰ ਸੰਗਤ ਨਸੀਬ ਹੋਵੇਗੀ। ਸਾਡੀ ਸੰਗਤ ਨਸੀਬ ਹੋਵੇਗੀ, ਸਾਡੇ ਦਰਸ਼ਨ ਨਸੀਬ ਹੋਣਗੇ। ਲੰਗਰ ਬਣਾਉਣ ਵਾਲੇ ਵੀ ਵਰਨ ਵੰਡ ਤੋਂ ਪਰੇ ਸਨ, ਜ਼ਾਤ ਪਾਤ ਤੋਂ ਨਿਆਰੇ ਸਨ। ਲੰਗਰ ਬਣਾਉਣ ਵਾਲੇ ਔਰ ਵੰਡਣ ਵਾਲੇ ਇਨ੍ਹਾਂ ਹੀ ਚਲੀਆਂ ਆ ਰਹੀਆਂ ਬੋਸੀਦਾ ਰਸਮੋ ਰਿਵਾਜ ਤੋਂ ਬਾਲਾਤਰ ਹੋ ਚੁੱਕੇ ਸਨ। ਇੱਕ ਹੀ ਪੰਗਤ ਵਿੱਚ ਬੈਠ ਕੇ ਤੇ ਭੋਜਨ ਛਕਣਾ, ਲੰਗਰ ਛਕਣਾ, ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਜ਼ਾਤ ਪਾਤ ਦੇ ਵਿਤਕਰੇ ਤੇ ਵਰਨ ਭੇਦ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬੰਦਾ ਬੰਦੇ ਦੇ ਨੇੜੇ ਆਵੇ। ਜਿਹੜੀਆਂ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀਆਂ ਨੇ, ਉਹ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜ ਸਕਣਗੀਆਂ। ਇਹ ਹਕੀਕਤ ਹੈ, ਬਹੁਤ ਵੱਡੀ ਸਚਾਈ ਹੈ। ਜਿਹੜੀ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਵੇ, ਉਹ ਵਿਚਾਰ ਫਿਰ ਮਨੁੱਖ ਨੂੰ ਰੱਬ ਦੇ ਵੀ ਨੇੜੇ ਲਿਆਉਂਦੀ ਹੈ, ਪ੍ਰਮਾਤਮਾ ਦੇ ਵੀ ਨੇੜੇ ਲਿਆਉਂਦੀ ਹੈ। ਤੇ ਜਿਸ ਵਿਚਾਰ ਦਾ ਸਦਕਾ
ਬੰਦਾ ਬੰਦੇ ਦੇ ਨੇੜੇ ਨਹੀਂ ਆ ਸਕਦਾ, ਉਹ ਬੰਦਾ ਰੱਬ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ, ਉਹ ਪ੍ਰਮਾਤਮਾ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ। ਤੋ ਮਖਲੂਕ ਦੇ ਵਿੱਚ ਨੇੜਤਾ ਪੈਦਾ ਕਰਨ ਦੀ ਖਾਤਰ ਆਪ ਨੇ ਇੱਕੋ ਹੀ ਪੰਗਤ ਤੇ ਇੱਕੋ ਹੀ ਸੰਗਤ ਦਾ ਸਿਲਸਿਲਾ ਰਾਇਜ ਕੀਤਾ। ਵਰਨ ਵੰਡ ਜ਼ਾਤ ਪਾਤ ਦੇ ਭੇਦ ਆਪ ਨੇ ਦੂਰ ਕੀਤੇ। ਆਪ ਨੇ ਵਿਦਿਆ ਵਿਆਹ ਦੀ ਪ੍ਰਥਾ ਵੀ ਰਾਇਜ ਕੀਤੀ। ਸਾਡੇ ਦੇਸ਼ ਵਿੱਚ ਐਸਾ ਸੀ ਕਿ ਬਾਲ ਵਿਧਵਾਵਾਂ ਦਾ ਢੇਰ ਲੱਗ ਗਿਆ ਸੀ ਔਰ ਵਿਧਵਾ ਨੂੰ ਦੂਸਰਾ ਘਰ ਬਸਾਉਣ ਦੀ ਇਜਾਜ਼ਤ ਨਹੀਂ ਸੀ। ਸਾਰੀ ਜ਼ਿੰਦਗੀ ਤੜਪ ਕੇ ਕੱਟਣੀ ਪੈਂਦੀ ਸੀ, ਸਾਰੀ ਜ਼ਿੰਦਗੀ ਰੋ ਕੇ ਕੱਟਣੀ ਪੈਂਦੀ ਸੀ ਔਰ ਬਾਲ ਵਿਧਵਾ ਇਤਨਾ ਲੰਬਾ ਜੀਵਨ ਤਨਹਾ ਕੱਟਣਾ ਪੈਂਦਾ ਸੀ। ਸਾਰੀ ਜ਼ਿੰਦਗੀ ਦੋਜ਼ਖ ਤੇ ਨਰਕ ਬਣੀ ਹੋਈ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਦੋਜ਼ਖਮਈ ਜ਼ਿੰਦਗੀ ਨੂੰ ਸਵਰਗ ਦੇ ਵਿੱਚ, ਜੰਨਤ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ। ਆਪ ਨੇ ਵਿਧਵਾ ਵਿਆਹ ਦੀ ਪ੍ਰਥਾ ਜਾਰੀ ਕੀਤੀ। ਦੂਸਰਾ, ਸਾਡੇ ਦੇਸ਼ ਦੇ ਵਿੱਚ ਸਤੀ ਪ੍ਰਥਾ ਸੀ। ਪਤੀ ਮਰ ਗਿਆ ਤਾਂ ਅਕਸਰ ਨਾਰੀਆਂ ਨੂੰ ਜ਼ਿੰਦਾ ਹੀ ਚਿਤਾ ਦੇ ਵਿੱਚ ਜਲਣਾ ਪੈਂਦਾ ਸੀ। ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ, ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ, ਸਤੀਆਂ ਸੇ ਨਾਨਕਾ ਜੋ ਬਿਰਹੇ ਚੋਟ ਮਰਨ। ਇਸਤਰੀ ਜਾਤੀ ਨੂੰ ਬਕਾਇਦਾ ਪਰਦਾ ਦਿੱਤਾ ਗਿਆ ਸੀ ਵੀ ਇਹ ਪਰਦੇ ਦੇ ਵਿੱਚ ਰਵੇ, ਇਹਨੂੰ ਢੱਕ ਕੇ ਰੱਖਣਾ ਹੈ। ਜੈਸੇ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ ਹੈ, ਇਸਤਰੀ ਨੂੰ ਵੀ ਛੁਪਾ ਕੇ ਰੱਖੋ। ਤੋ ਜੇ ਇਸਤਰੀ ਨੂੰ ਛੁਪਾ ਕੇ ਰੱਖੋ ਤੇ ਇਹਦੇ ਪਿੱਛੇ ਇੱਕ ਕਾਰਨ ਹੈ। ਧਨ ਨੂੰ ਛੁਪਾ ਕੇ ਰੱਖਣਾ ਹੈ, ਕਿਉਂ? ਜਗਤ ਦੇ ਵਿੱਚ ਚੋਰ ਨੇ। ਤੇ ਰੂਪ ਨੂੰ ਛੁਪਾ ਕੇ ਰੱਖਣਾ ਹੈ, ਕਿਉਂ? ਜਗਤ ਵਿੱਚ ਯਾਰ ਨੇ, ਬੇਸ਼ਰਮ ਲੋਕ ਨੇ। ਤੋ ਚਾਹੀਦਾ ਤੇ ਐਸਾ ਸੀ ਕਿ ਜਿਹੜੇ ਬੇਸ਼ਰਮ ਲੋਕ ਨੇ ਉਹ ਆਪਣੀ ਅੱਖਾਂ ਤੇ ਸ਼ਰਮ ਦਾ ਪਰਦਾ ਪਾਣ, ਲੇਕਿਨ ਇਸਤਰੀ ਜ਼ਾਤ ਨੂੰ ਪਰਦਾ ਪਹਿਨਾ ਦਿੱਤਾ ਗਿਆ। ਔਰ ਕਿਸੇ ਹੱਦ ਤੱਕ ਪਰਦਾ ਇਸਲਾਮ ਵਿੱਚ ਸ਼ਰਅ ਦਾ ਹਿੱਸਾ ਹੈ। ਅਲਾਹਾਬਾਦ ਦੇ ਹੋ ਗੁਜ਼ਰੇ ਸੈਸ਼ਨ ਜੱਜ ਅਕਬਰ ਅਲਾਹਾਬਾਦੀ, ਉਹਨਾਂ ਦਾ ਇੱਕ ਬੜਾ ਕੀਮਤੀ ਸ਼ੇਰ ਹੈ। ਆਪ ਕਹਿੰਦੇ ਨੇ, ਬੇਪਰਦਾ ਆਜ ਜੋ ਨਜ਼ਰ ਆਈ ਚੰਦ ਬੀਬੀਆਂ, अकबर जमीन में गैरते कौमी से गड़ गया। मैंने कहा कि आपका पर्दा वो क्या हुआ, कहने लगी कि अकल पे मर्दों की पड़ गया। गुरु ग्रंथ साहब जी महाराज दी बाणी ने पर्दे दी धजियां उड़ाइयां ने। भगत कबीर जी महाराज दे भी बचन ने। आप कहंदे ने, रहो रहोरी बहुरिया घूंघट जिन काढ़े, अंत की बार लहेगी ना आंडे। घूंघट तेरो तो ऊपर साचे, हर गुण गाए कुदे अर नाचे। जद मुखड़े ते सच दा घूंघट है तो कपड़े दे घुंड दी लोड़ नहीं। तू कुद कुद के नच, परमात्मा दा नाम जप, संगत दी सेवा कर, सिमरन कर। क्यों? कपड़े दे घुंड दे च आके किधरे अपनी जिंदगी अजाई ना गवा बैठी। चेहरे ते सच दा घुंड चाहिदा, शर्म दा घुंड चाहिदा, हया दा घुंड चाहिदा। तो पर्दे दी प्रथा नूं भी गुरु अमरदास जी महाराज ने खत्म कीता। वर्ण वंड नूं खत्म कीता, जात पात दे वितकरियां नूं खत्म कीता। ते राणा ते रंक दा जिहड़ा वितकरा सी, गरीब ते अमीर दे विचकार जिहड़ी दीवार सी, आपने उसनूं भी तोड़न की कोशिश की। मिसाल है इतिहासक कि मुगले आजम अकबर जलालुद्दीन आप दे दर्शन करन लई गोबिंदवाल साहब आए तां चौबदार ने गुरदेव दे चरनां विच हाजिर होके आख्या, महाराज मुगले आजम आए ने, हिंदुस्तान दे शहनशाह आए ने, जलालुद्दीन अकबर आए ने। सतगुरु कहन लगे, साडी बनाई हुई मर्यादा सारियां लई एक है। कह दो अकबर नूं पहले पंगत विच बैठे, फिर संगत नसीब होवेगी। साडे दर्शन उसे नूं नसीब होंदे ने जो पहले पंगत विच बैठदा है। तो अकबर
ਸੰਗਤ ਦੀ ਲਾਲਸਾ ਕਰਕੇ ਪੰਗਤ ਵਿੱਚ ਬੈਠ ਕੇ ਉਹੀ ਛਕਿਆ ਜੋ ਬਾਕੀ ਛਕ ਰਹੇ ਸਨ, ਉੱਥੇ ਹੀ ਬੈਠੇ ਜਿੱਥੇ ਬਾਕੀ ਬੈਠੇ ਸਨ। ਲੇਕਿਨ ਅਕਬਰ ਨੂੰ ਅੱਜ ਪਹਿਲੀ ਦਫਾ ਭੋਜਨ ਵਿੱਚ ਕੁਝ ਸਵਾਦ ਆਇਆ ਹੈ, ਰਸ ਆਇਆ ਹੈ। ਅੰਨ ਦਾ ਇਤਨਾ ਵੀ ਰਸ ਹੋ ਸਕਦਾ ਹੈ, ਭੋਜਨ ਵਿੱਚ ਇਤਨਾ ਵੱਡਾ ਵੀ ਆਨੰਦ ਹੋ ਸਕਦਾ ਹੈ। ਇਸ ਬਾਦਸ਼ਾਹ ਨੂੰ ਪਹਿਲੀ ਦਫਾ ਪਤਾ ਚੱਲਿਆ, ਹੈਰਾਨ ਹੋਇਆ, ਵਿਸਮਾਦ ਹੋਇਆ। ਤੇ ਫਿਰ ਆਪ ਨੂੰ ਸੰਗਤ ਨਸੀਬ ਹੋਈ, ਸਤਿਗੁਰਦੇਵ ਜੀ ਮਹਾਰਾਜ ਦੀ ਸੰਗਤ, ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ। ਤੇ ਦਰਸ਼ਨ ਕਰਕੇ ਜਦ ਨਿਹਾਲ ਹੋਇਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਮੈਂ ਕੁਝ ਜਗੀਰ ਆਪ ਦੇ ਨਾਂ ਤੇ ਲਾ ਦਿਆਂ। ਇਤਨਾ ਵੱਡਾ ਆਪ ਲੰਗਰ ਚਲਾ ਰਹੇ ਹੋ, ਹਜ਼ਾਰਾਂ ਯਾਤਰੀ ਰੋਜ਼ ਛਕਦੇ ਨੇ। ਸਤਿਗੁਰ ਕਹਿਣ ਲੱਗੇ, ਨਹੀਂ, ਇਹ ਲੰਗਰ ਜਾਗੀਰ ਨਾਲ ਨਹੀਂ ਚੱਲਦੇ, ਇਹ ਲੰਗਰ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਚੱਲਦੇ ਨੇ। ਦਸਾਂ ਨੌਆਂ ਦੀ ਕਿਰਤ ਜੋ ਸਿੰਘ ਕਰਦੇ ਨੇ, ਉਸ ਦਸਵੰਧ ਨਾਲ ਚੱਲਦੇ ਨੇ। ਔਰ ਇਸ ਵਾਸਤੇ ਬਰਕਤ ਹੈ, ਇਸ ਵਾਸਤੇ ਸਵਾਦ ਹੈ। ਤੂੰ ਜੋ ਬਿਸਮਾਦ ਹੋਇਆ ਲੰਗਰ ਦਾ ਸਵਾਦ ਮਾਣ ਕੇ, ਦਰਅਸਲ ਭੋਜਨ ਦਾ ਸਵਾਦ ਨਹੀਂ ਸੀ, ਇਹ ਉਹਨਾਂ ਨੇ ਬਣਾਇਆ ਜੋ ਭਜਨ ਦੀ ਮੂਰਤੀ ਸਨ। ਭਜਨ ਕਰਦੇ ਹੋਇਆ ਜਦ ਭੋਜਨ ਬਣਾਇਆ ਗਿਆ ਤਾਂ ਭਜਨ ਦਾ ਅਸਰ ਭੋਜਨ ਵਿੱਚ ਮਿਸ਼ਰਤ ਹੋ ਕੇ ਉਹਨੇ ਭੋਜਨ ਨੂੰ ਅੰਮ੍ਰਿਤਮਈ ਬਣਾ ਦਿੱਤਾ ਹੈ, ਜਿਸ ਨੂੰ ਤੂੰ ਛਕ ਕੇ ਬਿਸਮਾਦਮਈ ਹੋ ਰਿਹਾ ਹੈ, ਆਨੰਦਮਈ ਹੋ ਰਿਹਾ ਹੈ। ਅਕਬਰ ਗਦਗਦ ਹੋਇਆ, ਨਿਹਾਲ ਹੋਇਆ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਗਾਇਨ ਕਰਦਾ ਹੋਇਆ ਵਾਪਸ ਹੋਇਆ। ਵਰਨ ਵੰਡ ਤੇ ਜਾਤ ਪਾਤ ਦੇ ਵਿਤਕਰਿਆਂ ਨੂੰ ਜਦ ਆਪ ਨੇ ਦੂਰ ਕੀਤਾ ਹੈ ਤਾਂ ਜਾਤ ਪਾਤ ਦੇ ਹਿਮਾਇਤੀ ਤੇ ਵਰਨ ਵੰਡ ਨੂੰ ਮੰਨਣ ਵਾਲਿਆਂ ਨੇ ਤੇ ਔਖਾ ਹੋਣਾ ਹੀ ਸੀ। ਗੁਰੂ ਅਮਰਦਾਸ ਜੀ ਮਹਾਰਾਜ ਦੇ ਖਿਲਾਫ ਮਰਵਾਹਾ ਮੇਜਰਨਾਮਾ ਲੈ ਕੇ ਅਕਬਰ ਦੇ ਦਰਬਾਰ ਵਿੱਚ ਗਿਆ, ਲੇਕਿਨ ਫਿਟਕਾਰ ਪਈ, ਲਾਨਤਾਂ ਪਈਆਂ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਪੈ ਦਰ ਪੈ ਇਸੇ ਤਰੀਕੇ ਦੇ ਨਾਲ ਜ਼ਾਤ ਪਾਤ ਦੀਆਂ ਧੱਜੀਆਂ ਉਡਾਉਂਦੇ ਗਏ। ਔਰ ਆਪ ਦੇ ਅੰਮ੍ਰਿਤਮਈ ਇਹ ਵਾਕ ਨੇ, ਜ਼ਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਉਪਜੇ ਬਹੁਤ ਬਿਕਾਰਾ। ਗਰਭਵਾਸ में कुल नहीं जाती, ब्रह्म बिन देते सत उत्पाती। ਉਸੇ ਹੀ ਬ੍ਰਹਮ ਤੋਂ ਸਭ ਦੀ ਉਤਪਤੀ ਹੈ, ਜੋ ਸਾਰਿਆਂ ਦਾ ਮੂਲ ਆਧਾਰ ਹੈ। ਔਰ ਉਸ ਇੱਕ ਨਾਲ ਜੁੜਦਿਆਂ ਹੀ ਮਨੁੱਖ ਦੇ ਅੰਦਰ ਏਕਤਾ ਦਾ ਭਾਵ ਪੈਦਾ ਹੁੰਦਾ ਹੈ। ਦਰਅਸਲ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਮਗਰ ਸੰਸਾਰ ਦੀਆਂ ਸਮੱਸਿਆਵਾਂ ਦਾ ਜੋ ਸਮਾਧਾਨ ਪੇਸ਼ ਕੀਤਾ, ਉਹ ਬੜਾ ਕੀਮਤੀ ਹੈ ਤੇ ਅੱਜ ਦੇ ਰਾਜਨੀਤਿਕ ਪੁਰਸ਼ਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ, ਸਮਾਜ ਸੁਧਾਰਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਜੋ ਜਿਤਨੇ ਚਿਰ ਤੱਕ ਇੱਕ ਨਾਲ ਨਹੀਂ ਜੁੜਿਆ, ਏਕਤਾ ਨੂੰ ਜਨਮ ਨਹੀਂ ਦੇ ਸਕੇਗਾ। ਅਨੇਕਤਾ ਬਣੀ ਰਹੇਗੀ ਤੇ ਅਨੇਕਤਾ ਤੇ ਦੁੱਖ ਹੈ, ਅਨੇਕਤਾ ਤੇ ਅੰਧਕਾਰ ਹੈ, ਅਨੇਕਤਾ ਤੇ ਦੋਜ਼ਖ ਹੈ। ਇੱਕ ਸਵਰਗ ਹੈ, ਇੱਕ ਚਾਨਣਾ ਹੈ, ਇੱਕ ਪ੍ਰਕਾਸ਼। ਇੱਕ ਦੇ ਚ ਜੀਵਣਾ ਆਨੰਦ ਦੇ ਚ ਜੀਵਣਾ ਹੈ, ਔਰ ਅਨੇਕਤਾ ਦੇ ਚ ਜੀਵਣਾ ਦੁੱਖ ਦੇ ਚ ਜੀਵਣਾ ਹੈ। ਜੈਸੇ ਜੈਸੇ ਬੰਦਾ ਅਨੇਕਤਾ ਦੀ ਤਰਫ ਆਉਂਦਾ ਹੈ, ਅੰਧਕਾਰ ਵਿੱਚ ਫਸ ਜਾਂਦਾ ਹੈ। ਜੈਸੇ ਜੈਸੇ ਬੰਦਾ ਇੱਕ ਦੀ ਤਰਫ ਆਉਂਦਾ ਹੈ, ਪ੍ਰਕਾਸ਼ ਦੇ ਚ ਲੀਨ ਹੋ ਜਾਂਦਾ ਹੈ, ਆਨੰਦ ਦਾ ਮੁਜੱਸਮਾ ਬਣ ਜਾਂਦਾ ਹੈ, ਰਸ ਦਾ ਸਰੂਪ ਬਣ ਜਾਂਦਾ ਹੈ। ਭੱਟ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਕਹਿੰਦੇ ਨੇ, ਏ ਗੁਰੂ ਅਮਰਦਾਸ ਜੀ, ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਤੁਸੀਂ ਜੀਵਨ ਭਰ ਪੜ੍ਹਿਆ ਤਾਂ ਇੱਕ ਨੂੰ ਹੀ ਪੜ੍ਹਿਆ। ਸਿਰਫ ਪੜ੍ਹਿਆ ਹੀ ਨਹੀਂ, ਮਨ ਦੇ ਵਿੱਚ ਵੀ ਇੱਕ ਨੂੰ ਧਰਿਆ। ਔਰ ਸਿਰਫ ਮਨ ਦੇ ਵਿੱਚ ਹੀ ਨਹੀਂ ਵਸਾਇਆ, ਬਲਕਿ ਤੁਹਾਨੂੰ ਇੱਕ ਦੀ ਪੂਰੀ ਸੂਝ ਹੈ, ਸਮਝ ਹੈ, ਇੱਕ ਦੀ ਪਹਿਚਾਣ ਹੈ, ਇੱਕ ਨੂੰ ਤੁਸੀਂ ਜਾਣਿਆ ਹੈ। ਗੁਰਬਾਣੀ ਦਾ ਫੈਸਲਾ, ਏਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੋਂ ਸਦਾ ਨਾ ਪਾਕ। ਜੇ ਤੂੰ ਇੱਕ ਨੂੰ ਜਾਣ ਲਵੇਂ, ਪਾਕ ਹੈ, ਪਵਿੱਤਰ ਹੈ, ਪਾਵਨ ਹੈ। ਤੇ ਜੇ ਨਹੀਂ ਜਾਣਿਆ ਤੇ ਗੰਦਗੀ ਦਾ ਢੇਰ ਹੈ, ਗਲਾਜ਼ਤ ਦਾ ਮੁਜੱਸਮਾ ਹੈ,
ਅਪਵਿੱਤਰਤਾ ਦੀ ਤੂੰ ਮੂਰਤੀ ਹੈ ਔਰ ਜਗਤ ਵਿੱਚ ਕਿਸੇ ਤਰੀਕੇ ਨਾਲ ਵੀ ਤੂੰ ਪਵਿੱਤਰ ਨਹੀਂ ਹੋ ਸਕਦਾ, ਪਾਕੀਜ਼ਾ ਨਹੀਂ ਹੋ ਸਕਦਾ। ਤੂੰ ਤਾਂ ਹੀ ਪਾਵਨ ਹੋ ਸਕਦਾ ਹੈ, ਪਵਿੱਤਰ ਹੋ ਸਕਦਾ ਹੈ ਇੱਕ ਨਾਲ ਜੁੜੇ, ਕਿਉਂਕਿ ਇੱਕ ਨਿਰਮਲ ਹੈ, ਇੱਕ ਸਵੱਛ ਹੈ, ਇੱਕ ਆਨੰਦ ਹੈ, ਇੱਕ ਪਾਵਨ ਹੈ, ਇੱਕ ਪੁਨੀਤ ਹੈ। ਪਰ ਅਨੇਕਤਾ ਦੇ ਤੇ ਅੰਧਕਾਰ ਹੈ, ਘੋਰ ਪਾਪ ਹੈ। ਜੋ ਮਨੁੱਖ ਇੱਕ ਨਾਲ ਜੁੜਦਾ ਹੈ, ਕਹਿ ਦਈਏ ਉਹੀ ਪੁਨੀਤ ਹੈ, ਕਿਉਂਕਿ ਉਹ ਜਗਤ ਦੇ ਵਿੱਚ ਏਕਤਾ ਪੈਦਾ ਕਰਨ ਦਾ ਬਾਇਸ ਬਣਦਾ ਹੈ। ਜੋ ਇੱਕ ਨਾਲ ਜੁੜਿਆ ਨਹੀਂ, ਅਨੇਕਤਾ ਦੇ ਕਾਰਨ ਕਰਕੇ ਉਹ ਜਗਤ ਦੇ ਵਿੱਚ ਤੋੜ ਫੋੜ ਦਾ ਹੀ ਕੰਮ ਕਰੇਗਾ, ਜੋੜਦਾ ਕਰ ਹੀ ਨਹੀਂ ਸਕਦਾ। ਤੇ ਮਨੁੱਖ ਆਇਆ ਹੈ ਜੁੜਨ ਲਈ ਤੇ ਜੋੜਨ ਲਈ। ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਕਹਿੰਦੇ ਨੇ, ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ। ਐ ਬੰਦੇ, ਤੂੰ ਇਸ ਦੁਨੀਆ ਦੇ ਵਿੱਚ ਲੋਕਾਂ ਦੇ ਦਿਲ ਜੋੜਨ ਲਈ ਆਇਆ ਹੈ, ਨਾ ਕਿ ਤੋੜਨ ਲਈ ਆਇਆ ਹੈ। ਤੋ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ, ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ, ਇੱਕ ਦੋਏ ਠਾਏ ਨਾ ਜਾਣਿਓ। ਤੁਹਾਡੀ ਅੱਖਾਂ ਵਿੱਚ ਇੱਕ ਹੈ, ਤੁਸੀਂ ਜਿੱਥੇ ਤੱਕ ਵੇਖਦੇ ਹੋ ਤੁਹਾਨੂੰ ਇੱਕ ਹੀ ਦਿਖਾਈ ਦਿੰਦਾ ਹੈ, ਕਿਉਂਕਿ ਇੱਕ ਆਧਾਰ ਹੈ, ਇੱਕ ਮੂਲ ਹੈ, ਔਰ ਉਸੇ ਇੱਕ ਦੇ ਆਸਰੇ ਤੇ ਇਹ ਸਾਰੀ ਅਨੇਕਤਾ ਖੜੀ ਹੈ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਇਹ ਸਾਰੀ ਅਨੇਕਤਾ ਤੇ ਛਣ ਭੰਗਰ ਹੋ ਜਾਂਦੀ ਹੈ, ਨਾਸ ਹੋ ਜਾਂਦੀ ਹੈ, ਪਰ ਇੱਕ ਨਿਹਚਲ ਹੈ, ਸਦੀਵੀ ਹੈ। ਜੋ ਇੱਕ ਨਾਲ ਜੁੜ ਜਾਂਦਾ ਸਦੀਵੀ ਹੋ ਜਾਂਦਾ ਹੈ, ਅਮਰ ਤੱਤ ਨੂੰ ਪ੍ਰਾਪਤ ਹੋ ਜਾਂਦਾ ਹੈ, ਪਰਮ ਆਨੰਦ ਨੂੰ ਪ੍ਰਾਪਤ ਹੋ ਜਾਂਦਾ ਹੈ। ਤੋ ਹੇ ਗੁਰੂ ਅਮਰਦਾਸ ਜੀ ਮਹਾਰਾਜ, ਤੁਸੀਂ ਜਿੱਥੇ ਤੱਕ ਵੇਖਦੇ ਹੋ ਇੱਕ ਨੂੰ ਵੇਖਦੇ ਹੋ। ਨੈਣ ਬੈਣ ਮੋਹ ਇੱਕ। ਤੁਹਾਡੇ ਬੈਣਾਂ ਵਿੱਚ, ਤੁਹਾਡੇ ਬੋਲਾਂ ਵਿੱਚ, ਤੁਹਾਡੇ ਮੂੰਹ ਦੇ ਵਿੱਚ, ਤੁਹਾਡੀ ਰਸਨਾ ਦੇ ਉੱਤੇ ਇੱਕ ਹੈ। ਤੁਸੀਂ ਇੱਕ ਦੀ ਗੱਲ ਕਰਦੇ ਹੋ, ਇੱਕ ਦੀ ਚਰਚਾ ਕਰਦੇ ਹੋ। ਇੱਕ ਤੋਂ ਬਿਨਾਂ ਤੁਸੀਂ ਦੂਜੇ ਨੂੰ ਜਾਣਦੇ ਨਹੀਂ, ਔਰ ਇੱਕ ਤੋਂ ਬਿਨਾਂ ਤੁਸੀਂ ਦੂਜੇ ਨੂੰ ਮੰਨਦੇ ਵੀ ਨਹੀਂ। ਪੁਰਾਣਾ ਉਪਨਿਸ਼ਦਾਂ ਦਾ ਵਾਕ ਹੈ, ਏਕੋ ਬ੍ਰਹਮ ਦੁਤੀਆ ਨਾਸਤੀ। ਦੂਜਾ ਤੇ ਨਾਸਵੰਤ ਹੈ, ਸਦੀਵੀ ਤੇ ਕੇਵਲ ਬ੍ਰਹਮ ਹੈ, ਇੱਕ ਹੈ, ਉਹ ਇੱਕ ਹੈ। ਤੋ ਹੇ ਗੁਰੂ ਅਮਰਦਾਸ ਜੀ, ਤੁਹਾਡੀ ਅੱਖਾਂ ਦੇ ਵਿੱਚ ਇੱਕ, ਤੁਹਾਡੀ ਰਸਨਾ ਦੇ ਵਿੱਚ ਇੱਕ, ਤੁਸੀਂ ਪੜਿਆ ਇੱਕ ਨੂੰ, ਤੁਸੀਂ ਮਨ ਵਿੱਚ ਧਰਿਆ ਇੱਕ ਨੂੰ, ਤੁਸੀਂ ਜਿੱਥੇ ਤੱਕ ਪਹਿਚਾਣ ਕੀਤੀ ਏ ਇੱਕ ਦੀ ਕੀਤੀ ਏ, ਤੁਸੀਂ ਇੱਕ ਨੂੰ ਜਾਣਿਆ, ਇੱਕ ਨੂੰ ਸਮਝਿਆ। ਫਿਰ ਭੱਟ ਕਹਿੰਦੇ ਨੇ, ਸੁਪਨ ਇੱਕ ਪਰ ਤਖ ਇੱਕ, ਇੱਕ ਸਮੇਂ ਲੀਣਿਓ। ਇਹ ਗੁਰੂ ਅਮਰਦਾਸ ਜੀ, ਜਦ ਤੁਸੀਂ ਜਾਗਰਤ ਅਵਸਥਾ ਵਿੱਚ ਰਹਿੰਦੇ ਹੋ, ਜਾਗਦੇ ਰਹਿੰਦੇ ਹੋ, ਇੱਕ ਦੇ ਚ ਲੀਨ ਰਹਿੰਦੇ ਹੋ, ਪਰ ਜਦ ਆਪ ਸੌਂ ਜਾਂਦੇ ਹੋ ਤਾਂ ਸੁਪਨੇ ਵਿੱਚ ਵੀ ਇੱਕ ਦੀ ਦੁਨੀਆ ਚ ਲੀਨ ਰਹਿੰਦੇ ਹੋ। ਭਾਵ ਤੁਹਾਨੂੰ ਸੁਪਨੇ ਵੀ ਇੱਕ ਦੇ ਆਉਂਦੇ ਨੇ। ਹਕੀਕਤ ਹੈ, ਜਾਗਰਤ ਅਵਸਥਾ ਦੇ ਜੋ ਕੁਝ ਮਨੁੱਖ ਕਰਦਾ ਹੈ, ਸੋਚਦਾ ਹੈ, ਵਿਚਾਰਦਾ ਹੈ, ਔਰ ਉਹ ਵਿਚਾਰ, ਉਹ ਕਰਤਾਪਣ ਸਿਰੇ ਨਹੀਂ ਚੜ ਸਕਿਆ, ਤਾਂ ਫਿਰ ਉਹ ਕੰਮ ਮਨੁੱਖ ਰਾਤ ਨੂੰ ਸੁਪਨਿਆਂ ਚ ਕਰਦਾ ਹੈ। ਸੁਪਨੇ ਦਿਨ ਭਰ ਦੀ ਜਾਗਰਤ ਅਵਸਥਾ ਦੇ ਨਾਲ ਬਕਾਇਦਾ ਸੰਬੰਧਿਤ ਨੇ। ਜਾਗਰਤ ਅਵਸਥਾ ਦੇ ਜੋ ਬੀਜ ਅਸੀਂ ਬੋਂਦੇ ਹਾਂ ਕਰਮਾਂ ਦੇ, ਉਹ ਰਾਤ ਨੂੰ ਸੁਪਨਿਆਂ ਦੇ ਰਾਹੀਂ ਫਲੀਭੂਤ ਹੁੰਦੇ ਨੇ, ਉਜਾਗਰ ਹੁੰਦੇ ਨੇ। ਦਿਨ ਨੂੰ ਚੋਰੀ ਕਰਨੀ ਚਾਹੀ ਸੀ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ ਵਿੱਚ ਕਰੇਗਾ। ਦਿਨ ਨੂੰ ਦੁਰਾਚਾਰ ਕਰਨਾ ਚਾਹਿਆ ਸੀ, ਨਹੀਂ ਕਰ ਸਕਿਆ, ਰਾਤ ਨੂੰ ਸੁਪਨੇ 'ਚ ਕਰੇਗਾ। ਦਿਨ ਨੂੰ ਰੱਬ ਦਾ ਸਿਮਰਨ ਕਰਦਾ ਰਿਹਾ, ਮਿਲਾਪ ਨਹੀਂ ਹੋਇਆ, ਰਾਤ ਨੂੰ ਸੁਪਨੇ ਵਿੱਚ ਹੋਵੇਗਾ। ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ, ਤੁਸੀਂ ਸਾਰਾ ਦਿਨ ਇੱਕ ਨਾਲ ਜੁੜੇ ਰਹਿੰਦੇ ਹੋ ਜਾਗਰਤ ਅਵਸਥਾ ਵਿੱਚ, ਪਰ ਜਦ ਸੌਂ ਜਾਂਦੇ ਹੋ ਤਾਂ ਸੁਪਨੇ ਵੀ ਆਪ ਨੂੰ ਇੱਕ ਦੇ ਹੀ ਆਉਂਦੇ ਨੇ, ਔਰ ਇੱਕ ਨਾਲ ਹੀ ਜੁੜੇ ਰਹਿੰਦੇ ਹੋ। ਸੁਪਨੇ ਇੱਕ ਪਰ ਤਖ ਇੱਕ, ਇੱਕ ਸਮੇਂ ਲੀਣਿਓ, 30 ਇੱਕ ਅਰ ਪੰਜ ਸਿੱਧ 35 ਨਿਖੀਣਿਓ। ਇਹ ਪੰਕਤੀ ਬੜੀ ਕੀਮਤੀ ਹੈ, ਔਰ ਇਹਦੇ ਵਿੱਚ ਸਾਰੇ ਆਏ ਹੋਏ ਹਿੰਦਸਿਆਂ ਦਾ ਜੋੜ ਕਰਨਾ ਪਏਗਾ, ਜ਼ਰਬ ਦੇਣੀ ਪਏਗੀ। ਸਾਰੇ ਜਿਹੜੇ ਹਿੰਸੇ ਨੇ ਇਹਨਾਂ ਦਾ ਯੋਗ ਕਰਨਾ ਪਏਗਾ। 30 ਇੱਕ ਅਰ ਪੰਜ ਸਿੱਧ 35 ਨਿਖੀਣਿਓ। 30 ਤੇ 1 31, 31 5 36, 36 ਤੇ 35 71। ਹੇ ਗੁਰੂ ਅਮਰਦਾਸ ਜੀ, ਤੁਸੀਂ 71 ਵਰੇ ਦੀ ਅਵਸਥਾ ਦੇ ਵਿੱਚ ਇੱਕ ਨੂੰ ਸਿੱਧ ਕੀਤਾ, ਇੱਕ ਨੂੰ ਜਾਣਿਆ,
ਇੱਕ ਨੂੰ ਵੇਖਿਆ, ਇੱਕ ਨੂੰ ਮਨ ਵਿੱਚ ਧਰਿਆ। ਇਹ ਸਾਰੀ ਪ੍ਰਾਪਤੀ ਆਪ ਨੂੰ 71 ਵਰੇ ਦੀ ਅਵਸਥਾ ਵਿੱਚ ਹੋਈ। 30 ਅਰ ਪੰਚ ਸਿੱਧ 35 ਨਿਖੇਣਿਓ, ਇੱਕੋ ਜੇ ਲੱਖ ਲਖੋ ਅਲਖ ਹੈ, ਇੱਕ ਇੱਕ ਕਰ ਵਰਨਿਓ। ਗੁਰੂ ਅਮਰਦਾਸ ਕਬ ਭਲ ਭਣ ਤੂੰ ਇੱਕ ਲੋੜੇ, ਇੱਕ ਮੰਨਿਓ। ਭਲ ਜੀ ਕਹਿ ਰਹੇ ਨੇ ਭੱਟ, ਤੁਹਾਨੂੰ ਇੱਕ ਦੀ ਲੋੜ ਹੈ। ਇੱਕ ਨੂੰ ਮੰਨਦੇ ਹੋ, ਇੱਕ ਨੂੰ ਵੇਖਦੇ ਹੋ, ਇੱਕ ਨੂੰ ਸੋਚਦੇ ਹੋ, ਔਰ ਸੁਪਨੇ ਇੱਕ ਦੇ, ਜਾਗਰਤ ਅਵਸਥਾ ਆਪ ਦੀ ਇੱਕ ਦੀ। ਸਮਗਰ ਜ਼ਿੰਦਗੀ ਆਪ ਜਗਤ ਨੂੰ ਉਸ ਏਕੇ ਦੇ ਨਾਲ ਜੋੜਦੇ ਰਹੇ, ਜਿੱਥੇ ਜ਼ਾਤ ਦੀ ਦੁਬਦਾ ਨਹੀਂ, ਵਰਨ ਦੀ ਦੁਬਦਾ ਨਹੀਂ, ਭੇਖ ਦੀ ਦੁਬਦਾ ਨਹੀਂ, ਮਜ਼ਹਬ ਦੀ ਦੁਬਦਾ ਨਹੀਂ, ਭਾਸ਼ਾ ਦੀ ਦੁਬਦਾ ਨਹੀਂ, ਦੇਸ਼ ਦੀ ਦੁਬਦਾ ਨਹੀਂ, ਪ੍ਰਦੇਸ਼ ਦੀ ਦੁਬਦਾ ਨਹੀਂ। ਇਸ ਤਰੀਕੇ ਨਾਲ ਆਪ ਸਾਰੀ ਮਨੁੱਖਤਾ ਨੂੰ ਇੱਕ ਝੰਡੇ ਦੇ ਤਲੇ ਲਿਆਂਦੇ ਰਹੇ, ਔਰ ਉਹ ਇੱਕ ਹੈ ਬ੍ਰਹਮ, ਉਹ ਇੱਕ ਹੈ ਅਕਾਲ। ਇਹ ਕੰਮ ਬੜਾ ਮਹਾਨ ਸੀ, ਮਾਮੂਲੀ ਬੰਦੇ ਨਹੀਂ ਕਰ ਸਕਦੇ। ਬੜੀ ਸੂਰਬੀਰਤਾ ਚਾਹੀਦੀ ਸੀ। तो बड़ी कठिन घालना घाल घाल के गुरु अमरदास जी महाराज अपने मकसद दे कामयाब होए। ते भट्ट तदे ते कहंदे ने भलो बहाल तेजो तना निरपत नाथ नानक बर तेजो तना। ये तेजभान दे नंदन आप दे पिता दा नां तेजभान जी, माता दा नां लक्ष्मी चंद लक्ष्मी बाई। भलो बहाल तेजो तना निरपत नाथ नानक बर गुरु अमरदास कब भल भण तैं जल दल जित्यो इਉਂ युद्ध कर। ਤੁਸੀਂ ਇਸ ਤਰ੍ਹਾਂ युद्ध करके इस तरह अपने आप दे नाल झगड़ के अपनी सुरत ਨੂੰ ਇੱਕ ਨਾਲ ਜੋੜਿਆ ਤੇ ਫਿਰ ਜਗਤ ਦੇ ਸੰਘਰਸ਼ ਕਰਕੇ ਸਮੁੱਚੀ ਮਨੁੱਖਤਾ ਨੂੰ ਇੱਕ ਝੰਡੇ ਥੱਲੇ ਲਿਆਂਦਾ, ਜਿੱਥੇ ਵਰਨ ਦਾ ਵਿਤਕਰਾ ਨਹੀਂ, ਜ਼ਾਤ ਦਾ ਵਿਤਕਰਾ ਨਹੀਂ, ਮਜ਼ਹਬ ਦਾ ਵਿਤਕਰਾ ਨਹੀਂ, ਭਾਸ਼ਾ ਦਾ ਵਿਤਕਰਾ ਨਹੀਂ, ਦੇਸ਼ ਦਾ ਵਿਤਕਰਾ ਨਹੀਂ, ਪ੍ਰਦੇਸ਼ ਦਾ ਵਿਤਕਰਾ ਨਹੀਂ। ਸਭੇ ਸਾਂਝੀ ਵਾਲ ਸੰਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਜ਼ਾਤ ਦੇ ਵਿਤਕਰੇ ਨੂੰ ਪੈਦਾ ਕਰਨ ਵਾਲੇ ਜਿਹੜਾ ਵੀ ਮਨੁੱਖ ਹੈ, ਗੁਰੂ ਅਮਰਦਾਸ ਜੀ ਕਹਿੰਦੇ ਮੂੜ ਹੈ, ਮੂਰਖ ਹੈ, ਨਾਦਾਨ ਹੈ, ਕਾਇਰ ਹੈ। ਕਿਸੇ ਵੀ ਵਿਤਕਰੇ ਨੂੰ ਜਨਮ ਦੇਣ ਵਾਲਾ ਮਨੁੱਖ ਮੂੜ ਹੈ। और वितकरियां तो उच्चा उठ के एक दे च जीण वाला जो मनुख है सियाणा है, महान है, प्रकाशमान है, अद्वितीय है। तो गुरु अमरदास जी महाराज दा यही संदेश, यही उपदेश आपने सिख नूं आदर्शवादी बनाया। गुरु नानक दी ए तीसरी जोत इसे तरीके नाल जगमगा के जगत दे जात पात ते वरण वण दे वितकरियां नूं दूर करदी होई जोत दे च ज्योतिमान होई।